ਅੱਛਾ, ਅੱਜ ਅਸੀਂ ਯੂਰਿਕ ਐਸਿਡ ਤੇ ਗੱਲ ਕਰਾਂਗੇ। ਜਦੋਂ ਉਮਰ ਤਕਰੀਬਨ 35-40 ਸਾਲ ਦੇ ਕਰੀਬ ਜਾਂਦੀ ਆ ਤੇ ਆਮ ਤੌਰ ਤੇ ਲੋਕਾਂ ਦੇ ਜੋੜਾਂ ਦੇ ਵਿੱਚ ਤੇ ਜਿਸਮ ਦੇ ਵਿੱਚ ਦਰਦਾਂ ਰਹਿਣੀਆਂ ਸ਼ੁਰੂ ਹੋ ਜਾਂਦੀਆਂ ਔਰ ਪਹਿਲੇ ਇੱਕ ਜੋੜ ਮੁਤਾਸਰ ਹੁੰਦਾ, ਫਿਰ ਦੂਸਰਾ ਹੁੰਦਾ, ਫਿਰ ਤੀਸਰਾ ਹੁੰਦਾ, ਕਰਦਿਆਂ ਕਰਦਿਆਂ ਸਾਰੇ ਜਿਸਮ ਦੇ ਜੋੜਾਂ ਦੇ ਵਿੱਚ ਦਰਦਾਂ ਸ਼ੁਰੂ ਹੋ ਜਾਂਦੀਆਂ। ਇਹ ਐਸਾ ਮਸਲਾ ਵਾ ਕਿ ਜਿਹਦਾ ਇਲਾਜ ਸਹੀ ਤਰੀਕੇ ਨਾਲ ਕੀਤਾ ਨਹੀਂ ਜਾਂਦਾ। ਉਹਦੇ ਵਿੱਚ ਹੁੰਦਾ ਇਸ ਤਰ੍ਹਾਂ ਵਾ ਕਿ ਸਭ ਤੋਂ ਪਹਿਲੇ ਜਦੋਂ ਕੋਈ ਦਰਦ ਹੁੰਦੀ ਆ ਤੇ ਮਰੀਜ਼ ਕਿਸੇ ਮੁਕਾਮੀ ਡਿਸਪੈਂਸਰ ਦੇ ਕੋਲ ਜਾਂਦਾ। ਉਹਦੇ ਕੋਲ ਜਾ ਕੇ ਉਹ ਕੀ ਕਰਦਾ ਵਾ, ਉਹਨੂੰ ਦੱਸਦਾ ਵਾ, ਉਹ ਇਹਦੇ ਇੱਕ ਟੀਕਾ ਲਾ ਦਿੰਦਾ, 3 ਖੁਰਾਕਾਂ ਦੇ ਦਿੰਦਾ ਤੇ ਉਹਨੂੰ ਵਕਤੀ ਤੌਰ ਤੇ ਅਫਾਕਾ ਹੋ ਜਾਂਦਾ। ਮਰੀਜ਼ ਬੜਾ ਖੁਸ਼ ਹੋ ਜਾਂਦਾ, ਮੈਂ ਠੀਕ ਹੋ ਗਿਆ। ਇਹ ਸਿਲਸਿਲਾ ਜਿਹੜਾ ਹੁੰਦਾ ਨਾ, ਇਹ ਚੱਲਦਾ ਰਹਿੰਦਾ, ਕਈ ਮਹੀਨੇ ਚੱਲਦਾ ਰਹਿੰਦਾ। ਮਤਲਬ ਹੋਇਆ ਕੀ ਹੈ, ਜਦੋਂ ਦਰਦ ਹੋਈ ਉਹ ਡਾਕਟਰ ਉਹਦੇ ਕੋਲ ਚਲਾ ਗਿਆ ਡਿਸਪੈਂਸਰ ਦੇ ਕੋਲ ਤੇ ਉਹਨੇ ਉਹਨੂੰ ਟੀਕਾ ਲਾਇਆ, 3 ਖੁਰਾਕਾਂ ਦਿੱਤੀਆਂ, ਆ ਗਿਆ। ਕਰਦਿਆਂ ਮਰੀਜ਼ ਨੂੰ ਪਤਾ ਵੀ ਨਹੀਂ ਚੱਲਦਾ ਕਿ ਮੇਰਾ ਇਹ ਜਿਹੜਾ ਮਰਜ਼ ਸੀਗਾ ਇਹ ਠੀਕ ਨਹੀਂ ਹੋ ਰਿਹਾ, ਇਹ ਵਿਗੜ ਰਿਹਾ ਵਾ। ਕਿਉਂਕਿ ਉਹਦਾ ਇਲਾਜ ਤੇ ਹੋ ਹੀ ਨਹੀਂ ਰਿਹਾ ਹੁੰਦਾ, ਉਹਨੂੰ ਸਿਰਫ ਟੈਂਪਰੇਰੀ ਜਿਹੜਾ ਵਾ ਪੇਨ ਕਿਲਰਸ ਦੇ ਉੱਤੇ ਰੱਖਿਆ ਗਿਆ ਹੁੰਦਾ ਤੇ ਉਹ ਮਰੀਜ਼ ਵੀ ਇੰਨੇ ਨਾਲ ਹੀ ਬੜਾ ਖੁਸ਼ ਹੁੰਦਾ ਤੇ ਉਹ ਦੂਸਰਾ ਜਿਹੜਾ ਬੰਦਾ ਉਹਦੀ ਵੀ ਰੋਜ਼ੀ ਰੋਟੀ ਚੱਲ ਰਹੀ ਹੁੰਦੀ ਹੈ। ਇਸ ਤਰ੍ਹਾਂ ਕਰਦਿਆਂ ਕੋਈ ਸਾਲ 6 ਮਹੀਨੇ ਲੰਘ ਜਾਂਦੇ। ਫਿਰ ਮਰੀਜ਼ ਨੂੰ ਫਿਕਰ ਲਾਹਕ ਹੁੰਦੀ ਹੈ ਕਿ ਯਾਰ ਮੈਂ ਤੇ ਫਸ ਗਿਆ ਵਾਂ, ਮੈਨੂੰ ਜਿਹੜਾ ਨਾ ਆਰਾਮ ਨਹੀਂ ਆ ਰਿਹਾ। ਅੱਛਾ, ਫਿਰ ਕੀ ਹੁੰਦਾ, ਫਿਰ ਇੱਕ ਰਾਏ ਹੋਰ ਕਾਇਮ ਹੋ ਜਾਂਦੀ ਆ। ਉਹ ਰਾਏ ਇਹ ਕਾਇਮ ਹੁੰਦੀ ਹੈ, ਲੋ ਜੀ ਗਠੀਆ ਤਾਂ ਠੀਕ ਹੀ ਨਹੀਂ ਹੁੰਦਾ, ਇਹ ਤਾਂ ਕਦੀ ਨਹੀਂ ਠੀਕ ਹੁੰਦਾ ਮਸਲਾ ਨਾ। ਕੋਈ ਅੱਲਾ ਦੇ ਉਹ ਬੰਦਿਓ, ਠੀਕ ਕਿਉਂ ਨਹੀਂ ਹੁੰਦਾ? ਠੀਕ ਹੁੰਦਾ ਵਾ, ਲੇਕਿਨ ਰੌਲਾ ਇਹ ਆ ਕਿ ਤੁਸੀਂ ਇਲਾਜ ਕੀਤਾ ਹੀ ਕਦੋਂ ਆ? ਜਦੋਂ ਤੁਸੀਂ ਇਲਾਜ ਹੀ ਨਹੀਂ ਕੀਤਾ, ਤੁਸੀਂ ਤੇ ਸਹਾਰੇ ਦੇ ਉੱਤੇ ਜ਼ਿੰਦਗੀ ਗੁਜ਼ਾਰਦੇ ਪਏ ਹੋ, ਤੇ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਠੀਕ ਨਹੀਂ ਹੁੰਦਾ? ਉਹ ਕਿਉਂਕਿ ਉਹ ਜਿਹੜੇ ਲੋਕ ਇਹੀ 3-3 ਖੁਰਾਕਾਂ ਵਾਲੇ ਤੇ ਇੱਕ ਟੀਕੇ ਵਾਲੇ ਰੁਝਾਨ ਦੇ ਉੱਤੇ ਚੱਲ ਰਹੇ ਹੁੰਦੇ ਆ, ਉਹੀ ਲੋਕ ਜਿਹੜੇ ਹੁੰਦੇ ਆ ਸਾਲ 6 ਮਹੀਨੇ ਬਾਅਦ ਨਵੇਂ ਮਰੀਜ਼ਾਂ ਨੂੰ ਇਹ ਮਸ਼ਵਰਾ ਦੇ ਰਹੇ ਹੁੰਦੇ ਕਿ ਇਹ ਠੀਕ ਠੂਕ ਕੋਈ ਨਹੀਂ ਜੇ ਹੁੰਦਾ, ਇਹਨੂੰ ਇਦਾਂ ਹੀ ਚੱਲਣ ਦਿਓ, ਬਸ ਪਹਾੜਾ ਚੱਲਣਾ। ਜਦਕਿ ਇਹ ਗੱਲ ਬਿਲਕੁਲ ਗਲਤ ਆ, ਕਿਉਂਕਿ ਅਸਲ ਜਿਹੜਾ ਸੀ ਉਸੂਲੀ ਇਲਾਜ ਹੋਇਆ ਹੀ ਨਹੀਂ। ਜਦੋਂ ਇਲਾਜ ਹੀ ਨਹੀਂ ਹੋਇਆ ਤੇ ਠੀਕ ਕੀ ਹੋਣਾ? ਅੱਛਾ, ਇਹਦੇ ਵਿੱਚੋਂ ਹੁੰਦਾ ਇਸ ਤਰ੍ਹਾਂ ਵਾ ਕਿ ਆਮ ਤੌਰ ਤੇ ਜਿਹੜੇ 100 ਦੇ ਵਿੱਚੋਂ 70 ਤੋਂ 80% ਜੋੜਾਂ ਦੇ ਦਰਦਾਂ ਦੇ ਮਰੀਜ਼ ਹੁੰਦੇ ਆ ਨਾ, ਉਹ ਬੇਸਿਕਲੀ ਹੁੰਦੇ ਆ ਯੂਰਿਕ ਐਸਿਡ ਦੇ ਮਰੀਜ਼। ਯਾਨੀ ਹੁੰਦਾ ਕੀ ਆ ਕਿ ਉਹਨਾਂ ਦੇ ਜਿਸਮ ਦੇ ਅੰਦਰ ਤੇਜ਼ਾਬੀ ਮਾਦੇ ਵੱਧ ਜਾਂਦੇ ਆ ਔਰ ਉਹਨਾਂ ਮਾਦਿਆਂ ਦਾ ਅਖਰਾਜ ਜਿਸਮ ਦੇ ਵਿੱਚੋਂ ਘੱਟ ਹੁੰਦਾ, ਜਿਹਦੀ ਵਜ੍ਹਾ ਦੇ ਨਾਲ ਉਹਨਾਂ ਦੇ ਜੋੜਾਂ ਦੇ ਅੰਦਰ ਯੂਰਿਕ ਐਸਿਡ ਦੇ ਕ੍ਰਿਸਟਲ ਜਮ੍ਹਾਂ ਹੋ ਕੇ ਪਹਿਲੇ ਉੱਥੇ ਸੋਜ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਉੱਥੇ ਦਰਦ ਸ਼ੁਰੂ ਹੋ ਜਾਂਦੀ ਹੈ। ਔਰ ਇਹ ਮਾਮਲਾ ਦਿਨ ਬ ਦਿਨ ਵਧੀ ਜਾਂਦਾ, ਕਿਉਂਕਿ ਯੂਰਿਕ ਐਸਿਡ ਦਾ ਤੇ ਇਲਾਜ ਹੀ ਨਹੀਂ ਹੁੰਦਾ। ਜਦੋਂ ਇਲਾਜ ਕੀਤਾ ਹੀ ਨਹੀਂ ਗਿਆ ਤੇ ਫਿਰ ਉਹਨੇ ਮਤਲਬ ਕਿੱਦਾਂ ਨਿਕਲਣਾ? ਜਦੋਂ ਨਿਕਲਿਆ ਨਹੀਂ ਤੇ ਉੱਥੇ ਜੋੜ ਜਿਹੜੇ ਹੁੰਦੇ ਆਹਿਸਤਾ ਜੋੜ ਜਿਹੜੇ ਉਹ ਪਥਰਾ ਜਾਂਦੇ ਆ, ਜਿਹਨੂੰ ਕਿ ਰੂਮੈਟਡ ਆਰਥਰਾਈਟਿਸ ਕਹਿ ਦਿੰਦੇ ਆ। ਅਸੀਂ ਤਿੱਬੀ ਜ਼ੁਬਾਨ ਦੇ ਵਿੱਚ ਉਹਨੂੰ ਪਹਿਲੇ ਵਜਹੁਲ ਮੁਫਾਸਲ ਕਹਿੰਦੇ ਆ, ਫਿਰ ਦੂਸਰਾ ਹਜਰੇ ਮੁਫਾਸਲ ਕਹਿ ਦਿੰਦੇ ਆ ਜਦੋਂ ਜੋੜ ਪਥਰਾ ਜਾਂਦੇ ਆ, ਜਦੋਂ ਜੋੜ ਸਖਤ ਹੋ ਜਾਂਦੇ ਆ। ਤੇ ਦੋਸਤੋ, ਗੌਰ ਦੇ ਨਾਲ ਸੁਣੋ, ਇਸ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਦੋਂ ਵੀ ਤੁਹਾਡੇ ਆਲੇ ਦੁਆਲੇ ਕਿਸੇ ਬੰਦੇ ਦੇ, ਕਿਸੇ ਬੀਬੀ ਦੇ, ਕਿਸੇ ਭੈਣ ਦੇ ਜੋੜਾਂ ਦੇ ਵਿੱਚ ਦਰਦ ਸ਼ੁਰੂ ਹੋਵੇ ਤੇ ਸਭ ਤੋਂ ਪਹਿਲਾਂ ਇੱਕ ਕੰਮ ਕਰਾਓ। ਸਭ ਤੋਂ ਪਹਿਲਾ ਕੰਮ ਇਹ ਆ ਕਿ ਉਹਦਾ ਯੂਰਿਕ ਐਸਿਡ ਦਾ ਟੈਸਟ ਕਰਵਾਓ। ਯੂਰਿਕ ਐਸਿਡ ਦਾ ਜਦੋਂ ਤੁਸੀਂ ਟੈਸਟ ਕਰਵਾਓਗੇ, ਉਹਦੇ ਵਿੱਚ 2 ਸੂਰਤਾਂ ਹੋ ਸਕਦੀਆਂ। ਇੱਕ ਸੂਰਤ ਇਹ ਹੋਏਗੀ ਕਿ ਯੂਰਿਕ ਐਸਿਡ ਵਧਿਆ ਹੋਇਆ ਹੋਏਗਾ। ਦੂਸਰੀ ਸੂਰਤ ਇਹ ਹੋਏਗੀ ਕਿ ਯੂਰਿਕ ਐਸਿਡ ਵਧਿਆ ਹੋਇਆ ਨਹੀਂ ਹੋਏਗਾ, ਲੇਕਿਨ ਬਾਰਡਰ ਲਾਈਨ ਦੇ ਕਰੀਬ ਹੋਏਗਾ ਜਾਂ ਬਾਰਡਰ ਲਾਈਨ ਤੋਂ ਥੋੜਾ ਥੱਲੇ ਵਾਲੇ ਪਾਸੇ ਨੂੰ ਹੋਏਗਾ, ਲੇਕਿਨ ਜਿਹੜੀ ਨਾਰਮਲ ਹੱਦ ਤੋਂ ਉੱਪਰ ਹੋਏਗਾ। ਤੇ ਇੱਥੇ ਆਣ ਕੇ ਇੱਕ ਬੁਨਿਆਦੀ ਗਲਤੀ ਹੋ ਜਾਂਦੀ ਹੈ। ਜਦੋਂ ਮਰੀਜ਼ ਦੀ ਵੈਲਿਊਜ਼ ਜਿਹੜੀ ਹੁੰਦੀਆਂ ਉਹ ਇੱਕ ਜਿਹੜੀ ਬਾਰਡਰ ਲਾਈਨ ਹੁੰਦੀ ਉਹਦੇ ਅੰਦਰ ਹੁੰਦੀ ਹੈ ਤੇ ਡਾਕਟਰ ਕਹਿੰਦੇ ਇਹ ਯੂਰਿਕ ਐਸਿਡ ਨਹੀਂ ਹੈ, ਲੇਕਿਨ ਉਹਦਾ ਰੁਝਾਨ ਵਧਣ ਵੱਲ ਹੋ ਚੁੱਕਿਆ ਵਾ। ਇੱਥੇ ਜਦੋਂ ਤੁਸੀਂ ਯੂਰਿਕ ਐਸਿਡ ਨੂੰ ਜਿਹੜਾ ਨਾ ਮਤਲਬ ਨਜ਼ਰਅੰਦਾਜ਼ ਕਰੋਗੇ ਨਾ, ਤੇ ਫਿਰ ਸਮਝ ਲਓ ਕਿ ਤੁਸੀਂ ਪਰੇਸ਼ਾਨੀਆਂ 'ਚ ਫਸਣਾ ਸ਼ੁਰੂ ਹੋ ਜਾਓਗੇ। ਹੁਣ ਤੁਸੀਂ ਇੱਥੇ ਇੱਕ ਗੱਲ ਨੂੰ ਸਮਝੋ, ਦੇਖੋ ਹਰ ਬੰਦੇ ਦੀ ਜਿਹੜੀ ਕੁਵਤ ਬਰਦਾਸ਼ਤ ਹੁੰਦੀ ਹੈ ਨਾ, ਉਹ ਮੁਖਤਲਿਫ ਹੁੰਦੀ ਆ। ਯਾਨੀ ਕੋਈ ਬੰਦਾ ਜਿਹੜਾ ਆ ਉਹਦੇ ਜਨਾਬੇ ਵਾਲੀ ਚੰਗਾ ਤਕੜਾ ਥੱਪੜ ਪੈ ਜਾਵੇ ਤਾਂ ਉਹ ਬਰਦਾਸ਼ਤ ਕਰ ਲੈਂਦਾ। ਕੋਈ ਬੰਦਾ ਇਸ ਤਰ੍ਹਾਂ ਹੁੰਦਾ ਉਹਦੀ ਸਿਰਫ ਤੁਸੀਂ ਉਂਗਲੀ ਫੜ ਕੇ ਤੁਸੀਂ ਕੁੱਟੋਗੇ, ਉਹ ਵੀ ਨਹੀਂ ਬਰਦਾਸ਼ਤ ਕਰ ਸਕਦਾ।
ਤੇ ਇਸੇ ਤਰ੍ਹਾਂ ਹੀ ਤੁਸੀਂ ਇਹ ਸਮਝ ਲਓ ਕਿ ਜਦੋਂ ਯੂਰਿਕ ਐਸਿਡ ਆਪਣੀ ਥੱਲੇ ਵਾਲੀ ਸਤ੍ਹਾ ਤੋਂ ਉੱਤੇ ਨੂੰ ਜਾਣਾ ਸ਼ੁਰੂ ਹੋ ਗਿਆ, ਚਾਹੇ ਉਹ ਜਿਹੜੀ ਕੰਟਰੋਲਡ ਵੈਲਿਊ ਉਹਦੇ ਤੋਂ ਥੱਲੇ ਥੱਲੇ ਹੀ ਕਿਉਂ ਨਹੀਂ ਹੈਗਾ, ਉਹ ਯੂਰਿਕ ਐਸਿਡ ਦਾ ਮਸਲਾ ਸਮਝ ਲਓ ਸ਼ੁਰੂ ਹੋ ਗਿਆ, ਠੀਕ ਹੈ ਨਾ। ਉਹਦੇ ਵਿੱਚ ਤੁਸੀਂ ਇਸ ਗੱਲ ਦੇ ਇੰਤਜ਼ਾਰ 'ਚ ਨਹੀਂ ਰਹਿਣਾ ਕਿ ਵੀ ਇਹ ਨਾਰਮਲ ਵੈਲਿਊ ਜਿਹੜੀ ਆ ਜਾਂ ਜਿਹੜੀ ਕੰਟਰੋਲਡ ਵੈਲਿਊ ਹੈ ਇਹਦੇ ਤੋਂ ਉੱਤੇ ਜਾਵੇ ਤੇ ਫਿਰ ਹੀ ਮੈਂ ਇਹਦਾ ਇਲਾਜ ਕਰਾਂਗਾ। ਨਹੀਂ, ਤੁਹਾਨੂੰ ਉੱਥੇ ਕਿਸੇ ਮੁਸਤਨਦ ਮੁਆਲਜ ਦੇ ਕੋਲ ਜਾ ਕੇ ਆਪਣੀ ਤਸ਼ਖੀਸ ਕਰਵਾ ਕੇ ਆਪਣੇ ਮਿਜ਼ਾਜ ਦੇ ਮੁਤਾਬਕ ਇਲਾਜ ਕਰਾਉਣ ਦੀ ਜ਼ਰੂਰਤ ਵਾ। ਹੁਣ ਇੱਥੇ ਇੱਕ ਬੁਨਿਆਦੀ ਫਰਕ ਸਮਝੋ, ਹੁੰਦਾ ਇਸ ਤਰ੍ਹਾਂ ਕਿ ਜਦੋਂ 4-6 ਮਹੀਨੇ ਮਰੀਜ਼ ਦੇ ਨਿਕਲ ਜਾਂਦੇ ਆ, ਉਹ ਦਵਾਈਆਂ ਟੀਕੇ ਲੈ ਲੈ ਕੇ ਥੱਕ ਜਾਂਦਾ, ਫਿਰ ਉਹ ਕਿਸੇ ਸਪੈਸ਼ਲਿਸਟ ਕੋ ਜਾਂਦਾ ਵਾ। ਸਪੈਸ਼ਲਿਸਟ ਵੀ ਕੀ ਕਰਦਾ ਵਾ, ਉਹੀ ਇਹ ਕੁਝ ਕਰਦਾ, ਜਿਹੜੀਆਂ ਦਵਾਈਆਂ ਉੱਥੇ ਉਹ ਡਿਸਪੈਂਸਰ ਦੇ ਰਿਹਾ ਹੁੰਦਾ ਸੀ ਉਹੀ ਦਵਾਈਆਂ ਉਹ ਉਹਨੂੰ ਲਿਖ ਕੇ ਦੇ ਦਿੰਦਾ, ਜਿਹਦੀ ਵਜ੍ਹਾ ਦੇ ਨਾਲ ਮਰੀਜ਼ ਠੀਕ ਹੁੰਦਾ ਹੀ ਨਹੀਂ। ਔਰ ਆਖਰ ਤੇ ਇਹ ਜਨਾਬੇ ਵਾਲੀ ਰਾਏ ਕਾਇਮ ਹੋ ਜਾਂਦੀ ਹੈ ਕਿ ਜੀ ਇਹ ਗਠੀਆ ਜਿਹੜਾ ਨਾ ਠੀਕ ਕੋਈ ਨਹੀਂ ਜੇ ਹੁੰਦਾ, ਠੀਕ ਹੈ। ਇਸ ਵਾਸਤੇ ਦੋਸਤੋ, ਜੇ ਤਾਂ ਤੁਸੀਂ ਸਾਰੀ ਜ਼ਿੰਦਗੀ ਦਵਾਈਆਂ ਖਾਣੀਆਂ, ਸਾਰੀ ਜ਼ਿੰਦਗੀ ਮਰੀਜ਼ ਰਹਿਣਾ, ਤੇ ਫਿਰ ਠੀਕ ਹੈ, ਫਿਰ ਤੁਸੀਂ ਜਾਓ ਡਾਕਟਰਾਂ ਦੇ ਕੋਲ, 3 ਖੁਰਾਕਾਂ ਤੇ 1 ਟੀਕਾ ਲਵਾਓ ਤੇ ਆਪਣੀ ਰੋਜ਼ਾਨਾ ਦੀ ਨਸ਼ੇ ਵਾਲੀ ਜ਼ਿੰਦਗੀ ਗੁਜ਼ਾਰੋ। ਲੇਕਿਨ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਠੀਕ ਹੋਣਾ, ਤੇ ਫਿਰ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਕਿਸੇ ਮੁਸਤਨਦ ਯੂਨਾਨੀ ਮੁਆਲਜ ਦੇ ਕੋਲ ਜਾਓ, ਜਾ ਕੇ ਉਹਦੇ ਕੋਲੋਂ ਆਪਣੇ ਮਿਜ਼ਾਜ ਦੀ ਤਸ਼ਖੀਸ ਕਰਾਓ। ਦੇਖੋ, ਮਿਜ਼ਾਜ ਜਿਹੜਾ ਨਾ ਉਹ ਸਮਝ ਲਓ ਕਿ ਐਨਾਲਿਸਿਸ ਦੇਖੋ 2 ਤਰ੍ਹਾਂ ਦੇ ਹੁੰਦੇ ਆ, ਇੱਕ ਕੁਆਂਟੀਟੇਟਿਵ ਹੁੰਦੇ ਆ, ਇੱਕ ਕੁਆਲਿਟੇਟਿਵ ਹੁੰਦੇ ਆ। ਕੁਆਂਟੀਟੇਟਿਵ ਐਨਾਲਿਸਿਸ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਚੀਜ਼ ਤੋਲੀ ਜਾ ਸਕੇ, ਤੇ ਕੁਆਲਿਟੇਟਿਵ ਐਨਾਲਿਸਿਸ ਉਹ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਚੀਜ਼ ਤੋਲੀ ਤੇ ਨਾ ਜਾ ਸਕੇ ਲੇਕਿਨ ਉਹਦਾ ਵਜੂਦ ਹੋਵੇ, ਉਹ ਮਹਿਸੂਸ ਕੀਤੀ ਜਾ ਰਹੀ ਹੋਵੇ। ਤੇ ਦੇਖੋ, ਜਿਹੜੀ ਤਿਬ ਨਾ ਇਹ ਬੇਸਿਕਲੀ ਇਹਦਾ ਜਿਹੜਾ ਤਹਿਕੀਕਾਤ ਸ਼ੁਰੂ ਹੋ ਜਾਂਦੇ ਬਿਯੋਂਡ ਵਿਜ਼ਨ, ਯਾਨੀ ਕਿ ਹਾਲੇ ਉਹ ਤਸੱਵਰ ਦੇ ਵਿੱਚ ਵੀ ਨਹੀਂ ਹੁੰਦੀ ਉਹ ਗੱਲ, ਯਾਨੀ ਸਮਝ 'ਚ ਨਹੀਂ ਆ ਰਹੀ ਹੁੰਦੀ, ਨਾਪ ਤੋਲ 'ਚ ਨਹੀਂ ਆ ਰਹੀ ਹੁੰਦੀ, ਲੇਕਿਨ ਮਸਾਇਲ ਸ਼ੁਰੂ ਹੋ ਚੁੱਕੇ ਹੁੰਦੇ ਆ। ਤੇ ਤਿਬ ਜਿਹੜਾ ਨਾ ਉੱਥੋਂ ਸ਼ੁਰੂ ਕਰਦੀ ਹੈ ਤੇ ਇਸ ਮੁਕਾਮ ਨੂੰ ਤਿਬ ਸੂਏ ਮਿਜ਼ਾਜ ਸਾਦਾ ਦਾ ਨਾਮ ਤਸੱਵਰ ਕਰਦੀ ਹੈ, ਠੀਕ ਹੈ ਜੀ। ਤੇ ਇਹ ਸਮਝ ਲਓ ਕਿ ਜਦੋਂ ਸੂਏ ਮਿਜ਼ਾਜ ਸਾਦਾ ਤੁਹਾਡਾ ਸ਼ੁਰੂ ਹੋ ਗਿਆ, ਤੁਹਾਡਾ ਮਰਜ਼ ਦਾ ਆਗਾਜ਼ ਹੋ ਗਿਆ, ਹੁਣ ਕੀ ਹੋਏਗਾ? ਹੁਣ ਇਹ ਹੋਏਗਾ ਕਿ ਇਹ ਸੂਏ ਮਿਜ਼ਾਜ ਸਾਦਾ ਆਹਿਸਤਾ ਆਹਿਸਤਾ ਵਕਤ ਗੁਜ਼ਰਨ ਤੋਂ ਬਾਅਦ ਸੂਏ ਮਿਜ਼ਾਜ ਮਾਦੀ 'ਚ ਮੁੰਤਕਿਲ ਹੋਏਗਾ। ਯਾਨੀ ਇਹ ਸਮਝ ਲਓ ਕਿ ਤੁਹਾਡੇ ਅੰਦਰ ਤੇਜ਼ਾਬ ਬਣਨ ਦਾ ਆਗਾਜ਼ ਹੋ ਗਿਆ, ਉਹਦਾ ਮਾਹੌਲ ਪ੍ਰੋਵਾਈਡ ਹੋ ਗਿਆ। ਹੁਣ ਜੇ ਮਟੀਰੀਅਲ ਪ੍ਰੋਵਾਈਡ ਹੋਏਗਾ ਤਾਂ ਤੇਜ਼ਾਬ ਬਣ ਜਾਏਗਾ, ਠੀਕ ਹੈ। ਲੇਕਿਨ ਇਦਾਂ ਹੁੰਦਾ ਵਾ ਕਿ ਉਹਦੀਆਂ ਅਲਾਮਤਾਂ ਪਹਿਲੇ ਹੀ ਆਉਣੀ ਸ਼ੁਰੂ ਹੋ ਜਾਂਦੀਆਂ। ਇਸ ਮਰਹਲੇ ਦੇ ਵਿੱਚ ਜੇ ਤੁਸੀਂ ਟੈਸਟ ਕਰਾਓਗੇ, ਤੁਹਾਡੇ ਟੈਸਟ ਦੇ ਵਿੱਚ ਯੂਰਿਕ ਐਸਿਡ ਨਹੀਂ ਆਏਗਾ, ਲੇਕਿਨ ਤੁਹਾਨੂੰ ਤਕਲੀਫਾਂ ਸ਼ੁਰੂ ਹੋ ਚੁੱਕੀਆਂ ਹੋਣਗੀਆਂ। ਇਸ ਵਾਸਤੇ ਤੁਸੀਂ ਇਹ ਸਮਝ ਲਓ ਕਿ ਤਿਬ ਜਿਹੜੀ ਆ ਇਹ ਐਲੋਪੈਥੀ ਦੇ ਕੁਆਂਟੀਟੇਟਿਵ ਐਨਾਲਿਸਿਸ ਤੋਂ ਬਹੁਤ ਅੱਗੇ ਆ, ਇਹ ਬਹੁਤ ਪਹਿਲੇ ਕਿਸੇ ਵੀ ਮਰਜ਼ ਦੇ ਤਸ਼ਖੀਸ ਵੱਲ ਜਾਂਦੀ ਹੈ। ਇਸ ਵਾਸਤੇ ਤੁਸੀਂ ਕਿਸੇ ਮੁਸਤਨਦ ਯੂਨਾਨੀ ਮੁਆਲਜ ਦੇ ਕੋਲ ਜਾਓ, ਜਾ ਕੇ ਉਹਨੂੰ ਆਪਣਾ ਮਸਲਾ ਦੱਸੋ, ਆਪਣੇ ਡਾਇਗਨੋਜ਼ਿੰਗ ਟੈਸਟ ਜਿਹੜੇ ਹੋਏ ਤੁਹਾਡੇ ਉਹਨੂੰ ਉਹਦੇ ਸਾਹਮਣੇ ਰੱਖੋ, ਉਹਦੇ ਕੋਲੋਂ ਪੁੱਛੋ, ਉਹਦੇ ਨਾਲ ਮੁਸ਼ਾਵਰਤ ਕਰੋ, ਫਿਰ ਆਪਣੇ ਇਲਾਜ ਵੱਲ ਜਾਓ। ਹੁਣ ਆ ਗਿਆ ਇਲਾਜ ਦਾ ਮਰਹਲਾ। ਇਲਾਜ ਦੇ ਮਰਹਲੇ ਦੇ ਵਿੱਚ ਦੇਖੋ, ਇੱਕ ਗੱਲ ਨੂੰ ਯਾਦ ਰੱਖੋ, ਮਰੀਜ਼ ਆਪਣੇ ਆਪ ਨੂੰ, ਕੋਈ ਵੀ ਬੰਦਾ ਆਪਣੇ ਆਪ ਨੂੰ ਮਰੀਜ਼ ਉਦੋਂ ਸਮਝਦਾ ਵਾ ਜਦੋਂ ਉਹਦਾ ਕੰਮ ਰੁਕਦਾ, ਯਾਨੀ ਉਹ ਜਿਹੜਾ ਕੰਮ ਕਰ ਰਿਹਾ ਸੀਗਾ ਉਹਦੇ ਕੰਮ ਦੇ ਵਿੱਚ ਖਲਲ ਆਉਣਾ ਸ਼ੁਰੂ ਹੋ ਗਿਆ, ਉਹਦਾ ਕੰਮ ਉਹਦੇ ਕੋਲੋਂ ਹੁਣ ਉਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਜਿੱਦਾਂ ਉਹਨੂੰ ਹੋਣਾ ਚਾਹੀਦਾ ਸੀ, ਤੇ ਉਹਨੂੰ ਫਿਕਰ ਲਾਹਕ ਹੁੰਦੀ ਕਿ ਯਾਰ ਮੈਂ ਖਰਾਬ ਹੋ ਗਿਆ, ਮੈਂ ਕਿਸੇ ਡਾਕਟਰ ਦੇ ਕੋਲ ਜਾਵਾਂ ਜਾਂ ਮੈਂ ਇਲਾਜ ਕਰਾਂ ਜਾਂ ਮੈਂ ਪਤਾ ਕਰਾਂ ਮੈਨੂੰ ਬਿਮਾਰੀ ਕੀ ਹੈ, ਠੀਕ ਹੈ ਨਾ। ਇਸ ਵਾਸਤੇ ਜਦੋਂ ਬੰਦੇ ਦੇ ਜਿਸਮ ਦੇ ਵਿੱਚ ਦਰਦਾਂ ਸ਼ੁਰੂ ਹੋ ਜਾਂਦੀਆਂ, ਉਹਦੇ ਕੋਲੋਂ ਆਪਣਾ ਕੰਮ ਨਹੀਂ ਹੁੰਦਾ, ਉਹ ਆਪਣੇ ਕੰਮ ਤੋਂ ਤੰਗ ਆ ਕੇ ਡਾਕਟਰ ਦੇ ਕੋਲ ਜਾਂਦਾ ਜਾਂ ਹਕੀਮ ਦੇ ਕੋਲ ਜਾਂਦਾ। ਅੱਛਾ, ਉਸ ਟਾਈਮ ਤੁਸੀਂ ਥੋੜਾ ਜਿਹਾ ਗੌਰ ਕਰੋ ਕਿ ਉਹਨੂੰ ਤੰਗ ਕਿਹੜੀ ਚੀਜ਼ ਕਰ ਰਹੀ ਹੈ। ਉਹਨੂੰ ਤੰਗ ਕਰ ਰਹੀ ਹੈ ਦਰਦ, ਠੀਕ ਹੈ ਜੀ। ਉਹਦੀ ਫਿਕਰ ਹੀ ਹੁੰਦੀ ਆ ਕਿਹੜੀ 2 ਮਿੰਟ ਲੱਗਣ, ਮੇਰੀ ਦਰਦ ਖਤਮ ਹੋ ਜਾਵੇ, ਮੇਰਾ ਕੰਮ ਹੋ ਜਾਵੇ, ਜਿਹੜਾ ਮੇਰਾ ਕੰਮ ਨਾ ਰੁਕੇ। ਇਸੇ ਵਾਸਤੇ ਉਹ 3 ਖੁਰਾਕਾਂ ਤੇ 1 ਟੀਕੇ ਵਾਲੇ ਸਹਾਰੇ ਤੇ ਮਹੀਨੇ ਗੁਜ਼ਾਰਦਾ, ਲੇਕਿਨ ਠੀਕ ਨਹੀਂ ਹੁੰਦਾ। ਹੁਣ ਇੱਕ ਗੱਲ ਨੂੰ ਸਮਝੋ, ਦੇਖੋ ਹੋਇਆ ਕੀ, ਸਭ ਤੋਂ ਪਹਿਲੇ ਤੁਹਾਡੇ ਜਿਸਮ ਦੇ ਅੰਦਰ ਦੇ ਮਾਹੌਲ 'ਚ ਤਬਦੀਲੀ ਆਈ ਜਿਹੜੀ ਤੁਹਾਡੀ ਆਪਣੀ ਵਜ੍ਹਾ ਤੋਂ ਸੀ। ਉਸ ਤੋਂ ਬਾਅਦ ਜਨਾਬੇ ਅਲੀ ਜਦੋਂ ਉਹ ਮਾਹੌਲ ਇੱਕੋ ਤਰ੍ਹਾਂ ਰਹਿਣਾ ਸ਼ੁਰੂ ਹੋਇਆ, ਤੁਹਾਡੇ ਜਿਹੜੇ ਆਜ਼ਾਦ ਸੀ, ਆਜ਼ਾਵਾਂ ਦੇ ਅੰਦਰ ਤਬਦੀਲੀ ਆਈ। ਆਜ਼ਾਵਾਂ ਦੇ ਅੰਦਰ ਤਬਦੀਲੀ ਆਉਣ ਤੋਂ ਬਾਅਦ ਤੁਹਾਡੇ ਖੂਨ ਦੀ ਕੈਮਿਸਟਰੀ 'ਚ ਤਬਦੀਲੀ ਆਈ, ਤੁਹਾਡਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਗਿਆ। ਹੁਣ ਇਹ ਯੂਰਿਕ ਐਸਿਡ ਜਿਹੜਾ ਹੁੰਦਾ, ਇਹ ਬਲੱਡ ਦੇ ਨਾਲ, ਖੂਨ ਦੇ ਨਾਲ ਟਰੈਵਲ ਕਰਦਾ ਸਾਰੇ ਜਿਸਮ ਦੇ ਵਿੱਚ। ਇਹ ਵੱਡਿਆਂ ਜੋੜਾਂ ਦੇ ਵਿੱਚ ਜਦੋਂ ਜਾਂਦਾ ਵਾ ਤੇ ਉੱਥੇ ਜਾ ਕੇ ਇਹਦੇ ਕ੍ਰਿਸਟਲ ਬਣਦੇ ਆ।
ਕ੍ਰਿਸਟਲ ਬਣ ਕੇ ਇਹ ਉੱਥੇ ਰੁਕਣਾ ਸ਼ੁਰੂ ਹੋ ਜਾਂਦਾ। ਜਦੋਂ ਇਹ ਉੱਥੇ ਰੁਕਦਾ ਵਾ, ਉਹ ਜਿਹੜੇ ਕ੍ਰਿਸਟਲ ਹੁੰਦੇ ਆ ਉਹ ਜੋੜਾਂ ਦੀਆਂ ਖਲਾਵਾਂ ਦੇ ਵਿੱਚ ਜਦੋਂ ਮੌਜੂਦ ਹੁੰਦੇ ਆ ਤੇ ਅਸੀਂ ਹਰਕਤ ਕਰਦੇ ਆ ਤੇ ਇਹ ਆਪਸ ਦੇ ਵਿੱਚ ਰਗੜ ਖਾਂਦਾ। ਜਦੋਂ ਰਗੜ ਖਾਂਦਾ ਤੇ ਇਹ ਜੋੜਾਂ ਦੇ ਜਿਹੜੇ ਅੰਦਰਲੀਆਂ ਸਾਖਤਾਂ ਹੁੰਦੀਆਂ ਉਹਨਾਂ ਨੂੰ ਇਹ ਜ਼ਖਮੀ ਕਰ ਦਿੰਦਾ। ਜਦੋਂ ਇਹ ਜ਼ਖਮੀ ਕਰਦਾ ਉੱਥੇ ਆਉਂਦੀ ਸੋਜ, ਉਸ ਸੋਜ ਤੋਂ ਬਾਅਦ ਜਾ ਕੇ ਦਰਦ ਸ਼ੁਰੂ ਹੁੰਦੀ ਆ ਤੇ ਜਿਹੜੀ ਕਿ ਐਂਡ ਪ੍ਰੋਡਕਟ ਆ ਔਰ ਮਰੀਜ਼ ਦੇ ਵਾਸਤੇ ਪਹਿਲਾ ਮਰਜ਼ ਆ ਕਿ ਵੀ ਮੇਰਾ ਦਰਦ ਆ, ਬਸ ਮੇਰਾ ਦਰਦ ਖਤਮ ਹੋਣਾ ਚਾਹੀਦਾ। ਹੁਣ ਦੋਸਤੋ ਸਮਝੋ, ਜਦੋਂ ਤੁਸੀਂ ਇਲਾਜ ਵਾਸਤੇ ਜਾਣਾ ਵਾ ਉੱਥੇ ਕਿੰਨੇ ਮਰਹਲੇ ਆ। ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਉਸ ਯੂਰਿਕ ਐਸਿਡ ਬਣਨ ਦੇ ਮਾਹੌਲ ਨੂੰ ਖਤਮ ਕਰਨਾ ਪਏਗਾ। ਉਹ ਕਿਹਨੇ ਦੱਸਣਾ ਤੁਹਾਨੂੰ? ਉਹ ਤੁਹਾਡੇ ਮੁਆਲਿਜ ਨੇ ਦੱਸਣਾ। ਠੀਕ ਹੈ ਜੀ। ਉਸ ਤੋਂ ਬਾਅਦ ਯਾਨੀ ਕਿ ਕੀ ਕਰਾਂਗੇ ਕਿ ਐਸਾ ਕੰਮ ਕਰਾਂਗੇ ਜਿਹਦੇ ਵਿੱਚ ਤੁਹਾਡਾ ਯੂਰਿਕ ਐਸਿਡ ਬਣਨਾ ਬੰਦ ਹੋ ਜਾਵੇ। ਨੰਬਰ 2, ਜਿਹੜਾ ਯੂਰਿਕ ਐਸਿਡ ਜਿਸਮ ਚੋਂ ਨਹੀਂ ਨਿਕਲ ਰਿਹਾ ਉਸ ਦੇ ਨਿਕਲਣ ਦੇ ਅਮਲ ਨੂੰ ਤੇਜ਼ ਕਰਾਂਗੇ ਤਾਂ ਕਿ ਉਹ ਜਲਦੀ ਜਲਦੀ ਨਿਕਲ ਜਾਵੇ। ਤੀਸਰੇ ਨੰਬਰ ਤੇ ਜਿਹੜਾ ਯੂਰਿਕ ਐਸਿਡ ਜੋੜਾਂ ਦੀਆਂ ਸਾਖਤਾਂ ਦੇ ਵਿੱਚ ਕ੍ਰਿਸਟਲ ਬਣ ਕੇ ਰੁਕਿਆ ਸੀ ਉਹਨੂੰ ਡਿਸੋਲਵ ਕਰਾਂਗੇ ਤਾਂ ਕਿ ਉਹ ਵੀ ਨਿਕਲਣ ਦੇ ਕਾਬਲ ਹੋ ਜਾਵੇ। ਉਸ ਤੋਂ ਬਾਅਦ ਅਗਲਾ ਮਰਹਲਾ ਆਏਗਾ ਕਿ ਉਹ ਕ੍ਰਿਸਟਲਾਂ ਨੇ ਜੋੜਾਂ ਦੇ ਅੰਦਰ ਜਿਹੜੀ ਸੋਜ਼ਸ਼ ਪੈਦਾ ਕੀਤੀ ਸੀ, ਜਿਹੜੇ ਜ਼ਖਮ ਪੈਦਾ ਕੀਤੇ ਸੀ, ਜਿਹੜੀ ਖਰਾਸ਼ ਪੈਦਾ ਕੀਤੀ ਸੀ, ਉਹਦੀ ਮੁਰੰਮਤ ਕੀਤੀ ਜਾਵੇ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਜਾ ਕੇ ਸੋਜ਼ਸ਼ ਉਤਰੇਗੀ ਤੇ ਫਿਰ ਆਖਰ ਤੇ ਜਾ ਕੇ ਦਰਦ ਦੀ ਵਾਰੀ ਆਉਂਦੀ ਆ ਕਿ ਹੁਣ ਦਰਦ ਖਤਮ ਹੋਵੇ। ਜਦੋਂ ਇਹ ਪਿਛਲਾ ਸਾਰਾ ਮਰਹਲਾ ਤੈਅ ਹੋ ਜਾਂਦਾ ਤੇ ਦਰਦ ਖੁਦ ਬ ਖੁਦ ਹੀ ਖਤਮ ਹੋ ਜਾਂਦੀ। ਆਖਰ ਤੇ ਜਾ ਕੇ ਮਰੀਜ਼ ਨੂੰ ਤਾਕਤ ਦੀ ਵਾਸਤੇ ਕੋਈ ਚੀਜ਼ ਦੇ ਕੇ ਤੇ ਫਿਰ ਇਲਾਜ ਬੰਦ ਕੀਤਾ ਜਾਂਦਾ। ਇਹ ਇਲਾਜ ਜਿਹੜਾ ਹੁੰਦਾ ਨਾ, ਇਹਦਾ ਦੌਰਾਨੀਆ ਕਮ ਅਜ਼ ਕਮ 1 ਮਹੀਨੇ ਤੋਂ ਲੈ ਕੇ 4 ਮਹੀਨੇ ਤੱਕ ਹੋ ਸਕਦਾ। ਕਿਉਂਕਿ ਦੋਸਤੋ ਇਹ ਜਿਹੜਾ ਮਸਲਾ ਤੁਹਾਡਾ ਬਣਿਆ ਸੀ ਨਾ, ਇਹ ਦਿਨਾਂ 'ਚ ਨਹੀਂ ਸੀ ਬਣਿਆ, ਇਹ ਮਹੀਨਿਆਂ 'ਚ ਵੀ ਨਹੀਂ ਸੀ ਬਣਿਆ, ਇਹ ਸਾਲਾਂ ਦੇ ਵਿੱਚ ਬਣਿਆ ਸੀ। ਲੇਕਿਨ ਚूंकि ਤੁਹਾਨੂੰ ਸਿਰਫ ਦਰਦ ਦਾ ਪਤਾ ਚੰਦ ਹਫ਼ਤੇ ਪਹਿਲੇ ਲੱਗਾ ਇਸ ਵਾਸਤੇ ਜਾਂ ਚੰਦ ਮਹੀਨੇ ਪਹਿਲੇ ਲੱਗਾ, ਇਸ ਵਾਸਤੇ ਤੁਸੀਂ ਸਮਝਦੇ ਹੋ ਕਿ ਮੇਰਾ ਮਰਜ਼ ਸ਼ਾਇਦ ਹੁਣੇ ਹੀ ਬਣਿਆ, ਨਵਾਂ ਹੀ ਆ। ਨਵਾਂ ਮਰਜ਼ ਨਹੀਂ ਹੁੰਦਾ। ਇਸ ਵਾਸਤੇ ਜਦੋਂ ਵੀ ਤੁਸੀਂ ਇਲਾਜ ਦੇ ਵਾਸਤੇ ਜਾਣਾ, ਪਹਿਲੇ ਨੰਬਰ ਤੇ ਜਦੋਂ ਤੁਸੀਂ ਇਲਾਜ ਵਾਸਤੇ ਕਿਸੇ ਮੁਆਲਿਜ ਦੇ ਕੋਲ ਜਾਂਦੇ ਹੋ ਤੇ ਚੰਗੀ ਤਰ੍ਹਾਂ ਤਸੱਲੀ ਕਰ ਲਓ ਕਿ ਜਿਸ ਮੁਆਲਿਜ ਦੇ ਕੋਲੋਂ ਮੈਂ ਇਲਾਜ ਸ਼ੁਰੂ ਕਰਨ ਲੱਗਾ, ਕਿਆ ਇਹ ਮੁਸਤਨਦ ਯੂਨਾਨੀ ਮੁਆਲਿਜ ਹੈ ਵਾ ਜਾਂ ਨਹੀਂ। ਹੁਣ ਮੁਸਤਨਦ ਯੂਨਾਨੀ ਮੁਆਲਿਜ ਹੋਣ ਦੇ ਵਾਸਤੇ 2 ਕੈਟਾਗਰੀਜ਼ ਆ, ਜਾਂ ਤੇ ਉਹ ਫਾਜ਼ਿਲ ਤਿੱਬੋ ਜਰਾਹਤ ਹੋਏਗਾ ਜਾਂ ਉਹ BEMS ਹੋਏਗਾ। ਠੀਕ ਹੈ ਜੀ। ਦੋਨਾਂ ਸੂਰਤਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਕਨਫਰਮ ਕਰ ਲਓਗੇ ਕਿ ਆਇਆ ਇਸ ਬੰਦੇ ਦੀ ਅਮਲੀ ਪ੍ਰੈਕਟਿਸ ਵੀ ਹੈ ਵਾ ਜਾਂ ਨਹੀਂ। ਇਹ ਨਾ ਹੋਵੇ ਕਿ ਜਨਾਬੇ ਵਾਲੀ ਬੰਦਾ ਉਧਰੋਂ ਰੇਹੜੀ ਚਲਾ ਰਿਹਾ ਹੋਵੇ ਜਾਂ ਰਿਕਸ਼ਾ ਚਲਾ ਰਿਹਾ ਹੋਵੇ ਤੇ ਤੁਸੀਂ ਉਹਦੇ ਕੋਲੋਂ ਇਲਾਜ ਵੀ ਕਰਵਾ ਰਹੇ ਹੋ। ਨਹੀਂ, ਅਗਰ ਉਹ ਇੰਨਾ ਹੀ ਕਾਬਲ ਹੁੰਦਾ ਤੇ ਉਹ ਰੇਹੜੀ ਰਿਕਸ਼ਾ ਨਾ ਚਲਾਉਂਦਾ, ਉਹ ਆਪਣਾ ਕਲੀਨਿਕ ਬਣਾਉਂਦਾ। ਠੀਕ ਹੈ ਜੀ। ਇਸ ਵਾਸਤੇ ਮੁਸਤਨਦ ਯੂਨਾਨੀ ਮੁਆਲਜ ਜਿਹੜਾ ਜਾਂ ਤੇ FTJ ਹੋਵੇ ਜਾਂ ਉਹ BEMS ਹੋਵੇ, ਉਸ ਦੇ ਕੋਲ ਜਾਓ, ਪ੍ਰੋਪਰ ਤਸ਼ਖੀਸ ਕਰਵਾਓ। ਤਸ਼ਖੀਸ ਕਰਵਾਉਣ ਤੋਂ ਬਾਅਦ ਉਹਦੇ ਕੋਲੋਂ ਇਲਾਜ ਸ਼ੁਰੂ ਕਰੋ ਔਰ ਇਲਾਜ ਦੇ ਵਾਸਤੇ ਉਸ ਨੂੰ ਟਾਈਮ ਦਿਓ। ਠੀਕ ਹੈ ਜੀ। ਤੁਹਾਡਾ ਇਹ ਜਿਹੜਾ ਮਸਲਾ ਵਾ ਗਠੀਏ ਦਾ, ਇਹ ਮੁਕੰਮਲ ਤੌਰ ਤੇ ਠੀਕ ਹੋ ਜਾਏਗਾ, ਸਾਰੀ ਜ਼ਿੰਦਗੀ ਵਾਸਤੇ ਠੀਕ ਹੋ ਜਾਏਗਾ। ਤੁਸੀਂ ਐਨਸੈਡਸ ਦੇ ਉੱਤੇ ਨਹੀਂ ਰਹੋਗੇ, ਤੁਸੀਂ ਐਨਲਜੈਸਿਕ ਮੈਡੀਸਨ ਦੇ ਉੱਤੇ ਨਹੀਂ ਰਹੋਗੇ, ਤੁਸੀਂ ਟ੍ਰੈਂਕੁਲਾਈਜ਼ਰਸ ਦੇ ਉੱਤੇ ਨਹੀਂ ਰਹੋਗੇ, ਤੁਸੀਂ ਜਿਹੜੇ ਵਕਤੀ ਇਸਤੇਮਾਲ ਦੇ ਟੀਕਿਆਂ ਤੇ ਨਹੀਂ ਰਹੋਗੇ, ਤੁਹਾਡੀ ਜਾਨ ਛੁੱਟ ਜਾਏਗੀ। ਠੀਕ ਹੈ ਜੀ। ਅਗਰ ਤੁਹਾਨੂੰ ਲੋੜ ਹੋਵੇ ਤਾਂ ਫਿਰ ਤੁਸੀਂ ਸਾਨੂੰ ਕਮੈਂਟ ਕਰਿਓ, ਅਸੀਂ ਫਿਰ ਤੁਹਾਨੂੰ ਯੂਰਿਕ ਐਸਿਡ ਦੇ ਇਲਾਜ ਦੇ ਮੁਤਲਕ ਵੀ ਕੋਈ ਘਰੇਲੂ ਨੁਸਖਾ ਵੀ ਦੱਸ ਦੇਵਾਂਗੇ। ਉਹ ਤੁਸੀਂ ਕਮੈਂਟ ਕਰੋਗੇ ਤਾਂ ਫਿਰ ਦੱਸਾਂਗੇ। ਅਗਲੀ ਗੱਲ, ਅਗਰ ਤੁਸੀਂ ਕਿਸੇ ਵੀ ਮਰਜ਼ ਦਾ ਇਲਾਜ ਕਰਵਾਉਣਾ ਹੋਵੇ ਤੇ ਤੁਸੀਂ ਸਾਡਾ ਕਲੀਨਿਕ ਵਿਜ਼ਿਟ ਕਰੋ। ਅਲਹਮਦੁਲਿਲਾ ਅਸੀਂ ਪਿਛਲੇ 26 ਸਾਲਾਂ ਤੋਂ ਤਿੱਬੀ ਖਿਦਮਤ ਅੰਜਾਮ ਦੇ ਰਹੇ ਹਾਂ ਤੇ ਪਹਿਲੇ ਹਫਤੇ ਦੀ ਦਵਾਈ ਤੁਹਾਡੇ ਵਾਸਤੇ ਫ੍ਰੀ ਹੋਏਗੀ। ਉਸ ਤੋਂ ਬਾਅਦ ਅਗਲੇ ਹਫਤੇ ਦੇ ਵਿੱਚ ਅਸੀਂ ਆਪਣੇ ਰੂਟੀਨ ਦੇ ਚਾਰजेस ਜਿਹੜੇ ਆ ਉਹ ਚਾਰਜ ਕਰਾਂਗੇ। ਅਗਰ ਤੁਸੀਂ ਦਵਾਈ ਪੂਰੇ ਮੁਲਕ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਰੀਅਰ ਦੇ ਜ਼ਰੀਏ ਬਜ਼ਰੀਆ ਪਾਰਸਲ ਮੰਗਵਾਉਣੀ ਆ ਤੇ ਫਿਰ ਪਹਿਲੇ ਹਫਤੇ ਦੀ ਦਵਾਈ ਤਾਂ ਫ੍ਰੀ ਹੋਏਗੀ, ਲੇਕਿਨ ਉਹਦੇ ਜਿਹੜੇ ਕੋਰੀਅਰ ਅਖਰਾਜਾਤ ਆ ਉਹ ਤੁਸੀਂ ਅਦਾ ਕਰੋਗੇ ਔਰ ਉਹ ਐਡਵਾਂਸ ਦੇ ਵਿੱਚ ਜਾਇਜ਼ ਕੈਸ਼ ਕਰੋਗੇ। ਠੀਕ ਹੈ ਜੀ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਗਰ ਤੁਸੀਂ ਟਿਕਟੋਕ ਤੇ ਹੋ ਫੋਲੋ ਕਰ ਲਓ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਵੀ ਕਰਿਓ ਤਾਂ ਕਿ ਕਿਸੇ ਹੋਰ ਦਾ ਭਲਾ ਹੋਵੇ। ਠੀਕ ਹੈ ਜੀ। अस्सलाम वालेकुम।